ਸਾਥੀਓ, ਪੰਜਾਬੀ ਐਜੂਕੇਸ਼ਨ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪਿਆਰੇ ਬੱਚਿਓ, ਜਿਵੇਂ ਕਿ ਅਸੀਂ ਜਿਹੜੀਆਂ ਦੰਤ ਕਥਾਵਾਂ ਇਸ ਚੈਨਲ ਦੇ ਉੱਪਰ ਪਹਿਲਾਂ ਤੁਹਾਨੂੰ ਡਿਟੇਲ ਦੇ ਵਿੱਚ ਪੜ੍ਹਾਈਆਂ ਹਨ ਅਤੇ ਉਹਨਾਂ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਨੇ ਕਿ ਇੱਕ ਜਿਹੜੀ ਪਹਿਲੀ ਕਥਾ ਤੁਹਾਨੂੰ ਪੜ੍ਹਾਈ ਗਈ ਹੈ ਉਹ ਹੈਗੀ ਹੈ ਪੂਰਨ ਭਗਤ। ਸੋ ਪੂਰਨ ਭਗਤ ਦੀ ਜਿਹੜੀ ਪੂਰੀ ਡਿਟੇਲ ਵਿੱਚ ਕਥਾ ਜੇਕਰ ਤੁਸੀਂ ਸਮਝਣੀ ਹੈ ਤਾਂ ਤੁਸੀਂ ਚੈਨਲ ਦੇ ਉੱਪਰ ਵਿਜ਼ਿਟ ਕਰ ਸਕਦੇ ਹੋ। ਤਾਂ ਤੁਹਾਨੂੰ ਇੱਥੋਂ ਪੂਰੀ ਜਿਹੜੀ ਕਥਾ ਹੈ, ਪੂਰੀ ਕਹਾਣੀ ਹੈ, ਤੁਹਾਨੂੰ ਡਿਟੇਲ ਦੇ ਵਿੱਚ ਜਿਹੜੀ ਪੜ੍ਹਾਈ ਗਈ ਹੈ। ਸੋ ਉਸ ਕਥਾ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਨੇ, ਆਓ ਆਪਾਂ ਉਹਨਾਂ ਪ੍ਰਸ਼ਨ ਉੱਤਰਾਂ ਉੱਪਰ ਝਾਤ ਮਾਰਦੇ ਹਾਂ। ਅਤੇ ਜਿਹੜੇ ਵਿਦਿਆਰਥੀ ਅੱਗੇ ਪੇਪਰਾਂ ਦੀ ਤਿਆਰੀ ਕਰਦੇ ਨੇ ਤਾਂ ਉਹ ਇਹਨਾਂ ਕੁਐਸਚਨਾਂ ਨੂੰ ਸਮਝ ਕੇ ਇਹ ਕੁਐਸਚਨਾਂ ਨੂੰ ਕਥਾ ਅਨੁਸਾਰ ਉਹਨਾਂ ਦੇ ਉੱਤਰ ਨੇ ਜਿਹੜੇ ਉਹ ਲਿਖ ਸਕਦੇ ਹਨ। ਸੋ ਆਪਾਂ ਗੱਲ ਕਰਦੇ ਹਾਂ 25 ਤੋਂ 30 ਸ਼ਬਦਾਂ ਵਾਲੇ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਕਿਸ ਤਰ੍ਹਾਂ ਦੇ ਆਉਣਗੇ ਉਸ ਕਥਾ ਦੇ ਅਨੁਸਾਰ। ਪਹਿਲਾ ਸਵਾਲ ਹੈ ਕਿ ਰਾਜੇ ਸਲਵਾਨ ਨੇ ਆਪਣੇ ਪੁੱਤਰ ਨੂੰ ਭੋਰੇ ਵਿੱਚ ਰੱਖਣ ਦਾ ਹੁਕਮ ਕਿਉਂ ਦਿੱਤਾ। ਹੁਣ ਜਿਹੜਾ ਸਿਆਲਕੋਟ ਦਾ ਰਾਜਾ ਸਲਵਾਨ ਹੈ, ਜਦੋਂ ਉਹ ਕਿਹਾ ਜਾਂਦਾ ਕਿ ਜੋਤਸ਼ੀਆਂ ਦੇ ਵਿੱਚ ਬਹੁਤ ਉਹ ਕਰਾਮਾਤਾਂ ਦੇ ਵਿੱਚ ਇੱਥੋਂ ਪਤਾ ਲੱਗਦਾ ਕਿ ਵਿਸ਼ਵਾਸ ਕਰਨ ਵਾਲਾ ਰਾਜਾ ਸੀ। ਕੀ ਹੁੰਦਾ ਕਿ ਉਹਨੂੰ ਜਿਹੜਾ ਉਹਦੇ ਘਰ ਪੁੱਤਰ ਹੁੰਦਾ ਉਹਨੂੰ ਭੋਰੇ ਦੇ ਵਿੱਚ ਰੱਖਦਾ। ਉੱਤਰ ਹੈ ਕਿ ਰਾਜੇ ਨੇ ਇਹ ਹੁਕਮ ਇਸ ਲਈ ਦਿੱਤਾ ਸੀ ਕਿਉਂਕਿ ਉਸ ਦੇ ਪੁੱਤਰ ਦੇ ਜਨਮ ਸਮੇਂ ਹੀ ਜੋਤਸ਼ੀਆਂ ਨੇ ਉਸ ਨੂੰ ਇਹ ਵਹਿਮ ਪਾ ਦਿੱਤਾ ਸੀ। ਹੁਣ ਇੱਥੋਂ ਦੇਖਿਆ ਵੀ ਰਾਜਾ ਵਹਿਮੀ ਵੀ ਸੀ ਉਹ, ਕਿ 12 ਸਾਲ ਤੱਕ ਇਸ ਦੇ ਮੱਥੇ ਲੱਗਣਾ ਤੇਰੇ ਲਈ ਅਸ਼ੁਭ ਹੈ। ਮਤਲਬ ਤੇਰੇ ਲਈ ਚੰਗਾ ਨਹੀਂ ਹੋਊਗਾ ਜੇਕਰ ਤੂੰ ਆਪਣੇ ਇਹ ਜਨਮੇ ਹੋਏ ਪੁੱਤਰ ਦੇ ਮੱਥੇ ਲੱਗੇਗਾ। ਸੋ ਬੇਟਾ ਇਹ ਉਸ ਕਥਾ ਅਨੁਸਾਰ ਸਹੀ ਆਨਸਰ ਆ, ਪਰ ਜਿਵੇਂ ਅੱਜ ਅਸੀਂ 21ਵੀਂ ਸਦੀ ਦੇ ਵਿੱਚ ਜੀ ਰਹੇ ਹਾਂ ਇਹਦੇ ਬਹੁਤ ਸਾਰੇ ਹੋਰ ਅਰਥ ਵੀ ਬਣਦੇ ਹਨ। ਸੋ ਆਓ ਆਪਾਂ ਅਗਲਾ ਸਵਾਲ ਆ ਜਿਹੜਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਲੂਣਾ ਨੇ ਪੂਰਨ 'ਤੇ ਤੂਮਤ ਕਿਉਂ ਲਾਈ। ਹੁਣ ਬੇਟਾ ਕਥਾ ਅਨੁਸਾਰ ਜਿਹੜਾ ਰਾਜਾ ਉਹਦੇ 2 ਪਤਨੀਆਂ ਨੇ। ਪਹਿਲੀ ਪਤਨੀ ਦਾ ਜਿਹੜਾ ਕਿ ਇਹਦੇ ਵਿੱਚ ਕਰੈਕਟਰ ਆਉਂਦਾ ਉਹ ਹੈਗੀ ਇੱਛਰਾਂ, ਉਹਦੀ ਕੁੱਖੋਂ ਹੀ ਪੂਰਨ ਜਨਮ ਲੈਂਦਾ ਹੈ। ਅਤੇ ਦੂਸਰੀ ਜਿਹੜੀ ਪਤਨੀ ਹੈ ਉਹਦਾ ਨਾਮ ਹੈਗਾ ਲੂਣਾ। ਇਹ ਰਾਜੇ ਸਲਮਾਨ ਦੀਆਂ 2 ਪਤਨੀਆਂ ਸਨ, ਇੱਕ ਇੱਛਰਾਂ ਅਤੇ ਦੂਸਰੀ ਸੀਗੀ ਲੂਣਾ। ਹੁਣ ਇਹ ਸਵਾਲ ਬਣਦਾ 2 ਨੰਬਰ ਕਿ ਲੂਣਾ ਨੇ ਪੂਰਨ 'ਤੇ ਝੂਠੀ ਤੂਮਤ ਕਿਉਂ ਲਾਈ। ਤੂਮਤ ਹੁੰਦੀ ਹੈ ਬੇਟਾ ਦੋਸ਼ ਲਾਉਣਾ। ਇੱਕ ਜਿਹੜਾ ਦੋਸ਼ ਹੈ ਕਥਾ ਅਨੁਸਾਰ ਤੁਹਾਨੂੰ ਦੱਸਿਆ ਕਿ ਪੂਰਨ ਜਦੋਂ 12 ਸਾਲ ਬਾਅਦ ਭੋਰੇ 'ਚੋਂ ਨਿਕਲਦਾ, ਆਪਣੀ ਮਾਂ ਨੂੰ ਮਿਲ ਜਾਂਦਾ ਅਤੇ ਉਹ ਇੱਕ ਹੱਟਾ ਕੱਟਾ ਬੜਾ ਖੂਬਸੂਰਤ ਨੌਜਵਾਨ ਹੁੰਦਾ ਅਤੇ ਕਿਹਾ ਜਾਂਦਾ ਕਿ ਜਿਹੜੀ ਲੂਣਾ ਹੈ ਉਹ ਪੂਰਨ ਦੇ ਹਾਣ ਦੀ ਹੁੰਦੀ ਹੈ। ਕਹਿਣ ਦਾ ਭਾਵ ਕਿ ਉਹ ਓਡੀ ਬੁੱਢੀ ਜਾਂ ਬੜੀ ਹੰਢੀ ਹੋਈ ਉਮਰ ਦੀ ਕੁੜੀ ਨਹੀਂ ਹੁੰਦੀ, ਇੱਕ ਨੌਜਵਾਨ ਅਵਸਥਾ ਦੀ ਕੁੜੀ ਹੈ ਜਿਹੜੀ ਉਹਦੀ ਖੂਬਸੂਰਤੀ ਨੂੰ ਦੇਖ ਕੇ ਮੋਹਿਤ ਹੁੰਦੀ ਹੈ ਅਤੇ ਉਹ ਸੋਚਦੀ ਹੈ ਕਿ ਮੈਂ ਇਹ ਰਾਜੇ ਬੁੱਢੇ ਦੇ ਕਿੱਥੇ, ਮੈਂ ਇਸ ਦੇ ਪੁੱਤਰ ਦੇ ਘਰ ਹੋਣੀ ਚਾਹੀਦੀ ਸੀ। ਭਾਵ ਉਹ ਉਸ ਨੂੰ ਆਪਣੇ ਪੁੱਤਰ ਦੇ ਰੂਪ ਵਿੱਚ ਨਾ ਵੇਖਦੀ ਹੋਈ ਇੱਕ ਪਤਨੀ ਦੇ ਰੂਪ ਵਿੱਚ ਉਹਦੀ ਜਿਹੜੀ ਆਪਣੀ ਮਾਨਸਿਕਤਾ ਉਹ ਉੱਭਰ ਕੇ ਸਾਹਮਣੇ ਆਉਂਦੀ ਹੈ। ਪਰ ਜਿਹੜਾ ਪੂਰਨ ਉਹਨੂੰ ਸਿਰਫ ਆਪਣੀ ਮਾਂ ਦੇ ਰੂਪ ਵਿੱਚ ਵੇਖਦਾ। ਅਤੇ ਇਹ ਆਪਾਂ ਕਥਾ ਅਨੁਸਾਰ ਤੁਸੀਂ ਇਹ ਉੱਪਰ ਸਮਝਿਆ ਵੀ ਆ। ਆਓ ਆਪਾਂ ਇਸ ਨੂੰ ਕੁਐਸਚਨ ਦੇ ਉੱਤਰ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਲੂਣਾ ਨੇ ਪੂਰਨ 'ਤੇ ਝੂਠੀ ਤੂਮਤ ਇਸ ਲਈ ਲਾਈ ਕਿਉਂਕਿ ਪੂਰਨ ਨੇ ਉਸ ਨੂੰ ਪ੍ਰੇਮਿਕਾ ਵਜੋਂ ਸਵੀਕਾਰ ਨਾ ਕੀਤਾ। ਉਸ ਨੂੰ ਗੁੱਸਾ ਆ ਗਿਆ ਅਤੇ ਉਸ ਨੂੰ ਸਜ਼ਾ ਦੇਣੀ ਚਾਹੁੰਦੀ ਸੀ। ਹੁਣ ਬੇਟਾ ਇਹ ਉੱਪਰ ਜਿਹੜੀ ਅਸੀਂ ਗੱਲ ਕਰਦੇ ਹਾਂ ਉਹਨਾਂ ਨੂੰ ਕਿਹਾ ਸੀ ਤੂੰ ਮੈਨੂੰ ਆਪਣੀ ਪ੍ਰੇਮਿਕਾ ਵਜੋਂ ਵੇਖ, ਮੈਂ ਤੇਰੀ ਪ੍ਰੇਮਿਕਾ ਬਣ ਕੇ ਰਹਿਣਾ ਚਾਹੁੰਦੀ ਹਾਂ। ਪਰ ਉਹਨੇ ਆਪਣੇ ਜਿਹੜੇ ਕਦਮ ਸੀ ਉਹਦੇ ਮਹਿਲਾਂ ਤੋਂ ਪਿੱਛੇ ਹਟਾ ਲਏ ਅਤੇ ਕਿਹਾ ਕਿ ਨਹੀਂ, ਮੈਂ ਤੁਹਾਨੂੰ ਆਪਣੀ ਮਾਂ ਸਮਝਦਾ ਅਤੇ ਮੈਂ ਤੁਹਾਨੂੰ ਆਪਣੀ ਮਾਂ ਦੇ ਰੂਪ ਵਿੱਚ ਹੀ ਵੇਖਾਂਗਾ। ਅਤੇ ਉਸ ਨੂੰ ਇਸ ਗੱਲ ਦੇ ਵਿੱਚ ਬੜਾ ਆਪਣੀ ਹਦਕ ਮਹਿਸੂਸ ਹੋਈ ਤਾਂ ਉਸਨੇ ਉਹਦੇ 'ਤੇ ਝੂਠੀ ਤੂਮਤ ਲਾਤੀ ਸੀ। ਕਥਾ ਅਨੁਸਾਰ ਉਹ ਆਪਣੇ ਬਾਲ ਖਿਲਾਰ ਕੇ ਕੱਪੜੇ ਪਾੜ ਕੇ ਪੈ ਜਾਂਦੀ ਹੈ ਅਤੇ ਰਾਜਾ ਉਹਨੂੰ ਪੁੱਛਦਾ ਕੀ ਹੋ ਗਿਆ ਅਤੇ ਉਹ ਆ ਕੇ ਦੱਸਦੀ ਹੈ ਕਿ ਜਿਹੜਾ ਪੂਰਨ ਇਹਨੇ ਮੇਰੇ ਨਾਲ ਮਤਲਬ ਧੱਕਾ ਕਰਨਾ ਚਾਹਿਆ, ਇਹਨੇ ਆਪਣੇ ਪੁੱਤਰ ਮਰਿਆਦਾ ਦੀ ਉਲੰਘਣਾ ਕੀਤੀ, ਇਹ ਮੇਰੇ ਰੰਗ ਰੂਪ ਨੂੰ ਦੇਖ ਕੇ ਮੇਰੇ 'ਤੇ ਮੋਹਿਤ ਹੋ ਗਿਆ ਅਤੇ ਇਹ ਮੈਨੂੰ ਮਾਂ ਦੇ ਰੂਪ ਵਿੱਚ ਨਾ ਵੇਖ ਕੇ ਇੱਕ ਪਤਨੀ ਦੇ ਰੂਪ ਵਿੱਚ ਵੇਖ ਰਿਹਾ ਸੀ। ਅਤੇ ਇੱਦਾਂ ਉਹਨੇ ਤੂਮਤ ਇੱਕ ਕਹਾਣੀ ਜਦੋਂ ਤੁਸੀਂ ਉਹ ਕਥਾ ਸੁਣਦੇ ਹੋ ਉਹਦੇ ਵਿੱਚ ਤੁਹਾਨੂੰ ਬੜੀ ਡਿਟੇਲ ਦੇ ਵਿੱਚ ਇਹ ਗੱਲ ਸਮਝਾਈ ਗਈ ਹੈ। ਅਤੇ ਇਸ ਕਥਾ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਇੱਕ ਦੈਵਿਕ ਗੁਣਾਂ ਵਾਲੀ ਇੱਕ ਇਨਸਾਨ ਦਾ ਜਿਹੜਾ ਐਂਟਰ ਹੁੰਦਾ ਅਤੇ ਕਹਾਣੀ ਦੇ ਵਿੱਚ ਇੱਕ ਨਵਾਂ ਜਿਹੜਾ ਮੋੜ ਆਉਂਦਾ। ਹੁਣ ਜਦੋਂ ਇਹਦੀ ਤੂਮਤ ਲੱਗ ਗਈ, ਜਿਹੜਾ ਪੂਰਨ ਹੈ ਉਹ ਉੱਥੇ ਚਲਿਆ ਜਾਂਦਾ, ਰਾਜੇ ਦੇ ਕਚਹਿਰੀ ਦੇ ਵਿੱਚ ਪੇਸ਼ ਕਰ ਲਿਆ ਜਾਂਦਾ, ਉਹਨੂੰ ਫੜ ਲਿਆ ਜਾਂਦਾ ਜਦੋਂ ਉਹਦੇ ਤੂਮਤ ਲੱਗ ਜਾਂਦੀ ਹੈ। ਅਤੇ ਫਿਰ ਉਹਨੂੰ ਸਜ਼ਾ ਮਿਲਦੀ ਹੈ ਕਿ ਇਹਦੇ ਹੱਥ ਪੈਰ ਵੱਢ ਕੇ ਇਹਨੂੰ ਜੰਗਲ ਦੇ ਵਿੱਚ ਮਾਰ ਕੇ ਸੁੱਟ ਆਓ। ਅਤੇ ਹੁਣ ਉਹਨੂੰ ਸੁੱਟ ਕੇ ਆਉਂਦੇ ਨੇ, ਜਦੋਂ ਉਹ ਖੂਹ ਦੇ ਵਿੱਚ ਪਿਆ ਹੁੰਦਾ ਉੱਥੋਂ ਇਹ ਮਹਾਂਪੁਰਸ਼ ਜਿਹੜਾ ਪੂਰਨ
ਪੂਰਨ ਨੂੰ ਜਦੋਂ ਗੋਰਖਨਾਥ ਉਹਦੇ ਸੰਪਰਕ 'ਚ ਕਿੱਦਾਂ ਆਉਂਦਾ। ਉਹ ਟੋਲੀ ਲੰਘ ਰਹੀ ਹੁੰਦੀ ਹੈ ਅਤੇ ਹਾਏ ਹਾਏ ਦੀ ਆਵਾਜ਼ ਸੁਣਦੇ ਨੇ। ਉਹਨਾਂ ਦੇ ਚੇਲੇ ਕਹਿੰਦੇ ਨੇ ਕਿ ਗੁਰੂ ਜੀ ਖੂਹ ਦੇ ਵਿੱਚੋਂ ਹਾਏ ਹਾਏ ਦੀ ਆਵਾਜ਼ ਆਉਂਦੀ ਆ। ਅਤੇ ਉਹ ਜਦੋਂ ਉਹਨੂੰ ਸਾਰੀ ਕਹਾਣੀ ਪੂਰਨ ਭਗਤ ਸੁਣਾਉਂਦਾ ਕਿ ਇੱਦਾਂ ਦਾ ਜੀ ਮੇਰੇ ਨਾਲ ਵਾਪਰੀ। ਅਤੇ ਉਹ ਕਹਿੰਦੇ ਨੇ ਕਿ ਇੱਕ ਨਾ ਕੱਚੇ ਧਾਗੇ ਦੀ ਅੱਟੀ ਉਹਦੇ ਵਿੱਚ ਖੂਹ 'ਚ ਲਮਕਾਉਂਦਾ ਅਤੇ ਕਹਿੰਦੇ ਨੇ ਜੇ ਤੂੰ ਸੱਚਾ ਜੋ ਤੈਂ ਕਹਾਣੀ ਸੁਣਾਈ ਆ ਤਾਂ ਤੂੰ ਅੱਟੀ ਫੜ ਕੇ ਬਾਹਰ ਆ ਜਾਏਗਾ, ਭਾਵ ਤੇਰੇ ਹੱਥ ਅਤੇ ਪੈਰ ਜੁੜ ਜਾਣਗੇ। ਅਤੇ ਕਿਹਾ ਜਾਂਦਾ ਜਦੋਂ ਅੱਟੀ ਦਾ ਧਾਗਾ ਨੀਚੇ ਜਾਂਦਾ ਅਤੇ ਪੂਰਨ ਦੇ ਹੱਥ ਅਤੇ ਪੈਰ ਜੁੜ ਜਾਂਦੇ ਨੇ। ਅਤੇ ਜਿਹੜੇ ਉਹਦੇ ਚੇਲੇ ਨੇ ਉਹ ਵੀ ਦੇਖ ਕੇ ਹੈਰਾਨ ਨੇ ਕਿ ਜਿਹੜਾ ਪੂਰਨ ਆ ਬਹੁਤ ਸੱਚਾ ਸੁੱਚਾ ਬੰਦਾ। ਸੋ ਇੱਦਾਂ ਇੱਕ ਕਹਾਣੀ ਵਾਪਰਦੀ ਆ। ਇਹ ਕਹਾਣੀ ਵਾਪਰਨ ਤੋਂ ਪਹਿਲਾਂ ਸਵਾਲ ਇਹ ਹੈ ਕਿ ਪੂਰਨ ਗੋਰਖਨਾਥ ਦੇ ਸੰਪਰਕ ਵਿੱਚ ਕਿਵੇਂ ਆਇਆ, ਪਹਿਲੀ ਵਾਰ ਉਹ ਕਿੱਦਾਂ ਮਿਲੇ। ਉੱਤਰ ਹੈ ਕਿ ਜਿਹੜੇ ਖੂਹ 'ਚ ਪੂਰਨ ਨੂੰ ਹੱਥ ਪੈਰ ਵੱਢ ਕੇ ਸੁੱਟਿਆ ਗਿਆ ਸੀ, ਗੋਰਖਨਾਥ ਦੀ ਟੋਲੀ ਉੱਥੋਂ ਲੰਘੀ ਤਾਂ ਉਹਨਾਂ ਨੂੰ ਪੂਰਨ ਨੂੰ ਖੂਹ ਵਿੱਚੋਂ ਬਾਹਰ ਕੱਢਿਆ ਅਤੇ ਉਸ ਦੀ ਸੱਚਾਈ 'ਤੇ ਖੁਸ਼ ਹੋ ਕੇ ਉਸ ਨੂੰ ਠੀਕ ਕੀਤਾ। ਹੁਣ ਇੱਥੇ ਇਹ ਕਹਿ ਰਹੇ ਨੇ ਕਿ ਖੂਹ 'ਚੋਂ ਪਹਿਲਾਂ ਕੱਢਿਆ ਫਿਰ ਠੀਕ ਕੀਤਾ, ਪਰ ਜਦੋਂ ਅਸੀਂ ਕਥਾ ਸੁਣਦੇ ਬੇਟਾ ਉਹਦੇ ਵਿੱਚ ਇਹੀ ਗੱਲ ਆ ਕਿ ਧਾਗਾ ਜਦੋਂ ਨੀਚੇ ਜਾਂਦਾ ਅਤੇ ਕਿਹਾ ਜਾਂਦਾ ਕਿ ਉਹਦੇ ਹੱਥ ਪੈਰ ਜੁੜ ਜਾਂਦੇ ਨੇ। ਹੁਣ ਜੇ ਬੇਟਾ ਅਸੀਂ ਇਹਨੂੰ ਬਾਹਰ ਕੱਢਣ ਦੀ ਗੱਲ ਕਰੀਏ, ਪੂਰਨ ਨੂੰ ਵੀ ਪਹਿਲਾਂ ਉਹਦਾ ਧੜ ਬਾਹਰ ਕੱਢਿਆ ਹੋਊ, ਫਿਰ ਉਹਦੇ ਹੱਥ ਚੱਕ ਕੇ ਲਿਆਏ ਹੋਣਗੇ, ਫਿਰ ਉਹਦੀਆਂ ਲੱਤਾਂ ਚੱਕ ਕੇ ਲੈ ਕੇ ਆਏ ਹੋਣਗੇ। ਇਹ ਕਥਾ 'ਚ ਕਿਤੇ ਇਹ ਗੱਲ ਦਾ ਜ਼ਿਕਰ ਨਹੀਂ ਮਿਲਦਾ, ਸਿਰਫ ਇਹੀ ਜ਼ਿਕਰ ਮਿਲਦਾ ਕਿ ਉਹ ਜੇ ਸੱਚਾ ਹੈ ਤਾਂ ਉਹਦੇ ਹੱਥ ਪੈਰ ਜੁੜ ਜਾਣਗੇ ਅਤੇ ਉਹ ਬਾਹਰ ਆ ਜਾਊਗਾ। ਅਤੇ ਕਿਹਾ ਜਾਂਦਾ ਕਿ ਉਹ ਕੱਚੇ ਧਾਗੇ ਨੂੰ ਫੜ ਕੇ ਬਾਹਰ ਆ ਜਾਂਦਾ। ਅਤੇ ਇੱਦਾਂ ਉਹ ਪਹਿਲੀ ਵਾਰ ਉਹਦੇ ਪੂਰਨ ਭਗਤ ਬਾਬਾ ਬਾਲਕ ਜੀ ਦੇ ਗੋਰਖਨਾਥ ਦੇ ਸੰਪਰਕ ਵਿੱਚ ਆਉਂਦੇ ਨੇ। ਅੱਗੇ ਹੈਗਾ ਸੁੰਦਰਾ ਕੌਣ ਸੀ, ਉਸ ਦਾ ਪੂਰਨ ਨਾਲ ਸੰਪਰਕ ਕਿਵੇਂ ਹੋਇਆ। ਜਦੋਂ ਅਸੀਂ ਕਥਾ ਸੁਣਦੇ ਹਾਂ ਕਿ ਹੁਣ ਜਿਹੜਾ ਇਹ ਪੂਰਨ ਭਗਤ ਆ ਗੋਰਖਨਾਥ ਦੇ ਨਾਲ ਉਹਦੇ ਟਿੱਲੇ 'ਤੇ ਰਹਿਣਾ ਸ਼ੁਰੂ ਕਰ ਦਿੰਦਾ ਅਤੇ ਉਹਦੇ ਕੰਨਾਂ 'ਚ ਮੁੰਦਰਾਂ ਪੈ ਜਾਂਦੀਆਂ ਨੇ ਅਤੇ ਉਹ ਨਾਥਾਂ ਜੋਗੀਆਂ ਜਿਵੇਂ ਵੀ ਉਹ ਜਿਹੜੇ ਗੋਰਖਨਾਥ ਦੇ ਟਿੱਲੇ 'ਤੇ ਰਹਿਣ ਵਾਲੇ ਲੋਕ ਨੇ ਉਹ ਭਜਨ ਬੰਦਗੀ ਕਰਦੇ ਨੇ, ਸਾਦਾ ਜੀਵਨ ਜੀਂਦੇ ਨੇ, ਭਿੱਖਿਆ ਮੰਗ ਕੇ ਲਿਆਉਂਦੇ ਨੇ। ਅਤੇ ਹੁਣ ਜਿਹੜਾ ਕਿਹਾ ਜਾਂਦਾ ਹੈ ਕਿ ਜਿਹੜਾ ਪੂਰਨ ਆ ਉਹ ਵੀ ਭਿੱਖਿਆ ਮੰਗਣੀ ਸ਼ੁਰੂ ਕਰ ਦਿੰਦਾ। ਇੱਕ ਦਿਨ ਨਾ ਉਹ ਇੱਕ ਰਾਜੇ ਦੇ ਮਹਿਲਾਂ 'ਚ ਜਾਂਦਾ, ਜਿਹਦੀ ਪਤਨੀ ਲਾ ਲਓ ਜਾਂ ਉੱਥੋਂ ਦੀ ਇੱਕ ਰਾਣੀ ਆ, ਸੁੰਦਰਾ ਉਹਦਾ ਨਾਮ ਆ। ਪਰ ਉਹ ਭਿੱਖਿਆ ਮੰਗਣ ਜਾਂਦਾ, ਉਹ ਦੇਖਦੀ ਹੈ ਕਿ ਕਿੱਡਾ ਖੂਬਸੂਰਤ ਨੌਜਵਾਨ ਜਿਹੜਾ ਮੁੰਡਾ ਮੇਰੇ ਮਹਿਲਾਂ 'ਚ ਆਇਆ, ਉਹਦੀ ਖੂਬਸੂਰਤੀ 'ਤੇ ਮੋਹਿਤ ਹੋ ਜਾਂਦੀ ਹੈ ਅਤੇ ਉਹਦੇ ਨਾਲ ਸੋਚਦੀ ਹੈ ਕਿ ਇਹਦੇ ਨਾਲ ਸ਼ਾਦੀ ਕਰਾਈ ਜਾਵੇ। ਅਤੇ ਉਹਨਾਂ ਹੀਰੇ ਮੋਤੀ ਜਵਾਹਰਾਤ ਦਾ ਭਰਿਆ ਹੋਇਆ ਜਿਹੜੇ ਥਾਲ ਹੁੰਦੇ ਨੇ ਉਹਦੀ ਝੋਲੀ ਪਾ ਦਿੰਦੀ ਆ। ਅਤੇ ਉਹ ਥਾਲ ਲੈ ਕੇ ਜਦੋਂ ਉੱਥੇ ਆਉਂਦਾ ਟਿੱਲੇ 'ਤੇ ਅਤੇ ਉਹ ਗੋਰਖਨਾਥ ਕਹਿੰਦੇ ਭਾਈ ਆਪਾਂ ਤਾਂ ਰੋਟੀ ਖਾਣੀ ਆ, ਅਸੀਂ ਕੀ ਕਰਨੇ, ਇਹ ਚੀਜ਼ਾਂ ਦਾ ਅਸੀਂ ਤਿਆਗ ਕਰਤਾ ਅਤੇ ਜਾ ਉੱਥੇ ਮੋੜ ਕੇ ਆ। ਅਤੇ ਕਿਹਾ ਜਾਂਦਾ ਕਿ ਫਿਰ ਜਿਹੜਾ ਗੋਰਖਨਾਥ ਦੇ ਟਿੱਲੇ ਤੋਂ ਪੂਰਨ ਭਗਤ ਉਹ ਸਾਰਾ ਜਵਾਹਰਾਤ ਹੀਰੇ ਮੋਤੀ ਰਾਣੀ ਨੂੰ ਕਹਿੰਦਾ ਜੀ ਅਸੀਂ ਇਹਨਾਂ ਤੋਂ ਕੁਛ ਨਹੀਂ ਲੈਣਾ, ਅਸੀਂ ਤਾਂ ਸਾਧੂ ਲੋਕ ਹੁੰਦੇ ਹਾਂ, ਅਸੀਂ ਤਾਂ ਭੋਜਨ ਛਕਣਾ, ਸਾਨੂੰ ਭੋਜਨ ਛਕਾ ਦਿਓ। ਅਤੇ ਜਦੋਂ ਹੀਰੇ ਮੋਤੀ ਉਹਨੂੰ ਵਾਪਸ ਕਰਦਾ ਅਤੇ ਰਾਣੀ ਦੇਖਦੀ ਹੈ ਕਿੱਡਾ ਅਮੀਰ ਦਿਲ ਦਾ ਇਨਸਾਨ ਆ, ਹੁਣ ਸ਼ਾਦੀ ਇਹਦੇ ਨਾਲ ਹੀ ਕਰਾਉਣੀ ਆ। ਅਤੇ ਫਿਰ ਨਾ ਜਦੋਂ ਉਹਨੂੰ ਮੋੜ ਕੇ ਆਉਂਦਾ ਉਹ ਪੂਰਨ ਸਾਰਾ ਹੀਰੇ ਮੋਤੀ, ਅਤੇ ਉਹ 36 ਪ੍ਰਕਾਰ ਦੇ ਭੋਜਨ ਆਪ ਹੱਥੀਂ ਤਿਆਰ ਕਰਵਾ ਕੇ ਪੂਰਾ ਲਸ਼ਕਰ ਲੈ ਕੇ ਉਹਦੇ ਨਾਲ ਜਿੱਥੇ ਉਹ ਸਾਧੂ ਬੈਠੇ ਨੇ ਉੱਥੇ ਆ ਕੇ ਉਹਨਾਂ ਨੂੰ ਭੋਜਨ ਛਕਾਉਂਦੀ ਆ। ਅਤੇ ਬੜੇ ਕਿਹਾ ਜਾਂਦਾ ਸਾਧੂ ਖੁਸ਼ ਹੋ ਕੇ ਪੁੱਛਦੇ ਨੇ ਗੋਰਖਨਾਥ ਕਿ ਦੱਸ ਭਾਈ ਕੀ ਚਾਹੀਦਾ। ਅਤੇ ਫਿਰ ਕਿਹਾ ਜਾਂਦਾ ਕਿ ਰਾਣੀ ਜਿਹੜੀ ਸੁੰਦਰਾ ਉਹ ਪੂਰਨ ਭਗਤ ਨੂੰ ਮੰਗਦੀ ਹੈ ਕਿ ਇਹ ਦਿਓ। ਅਤੇ ਗੋਰਖਨਾਥ ਸੋਚਦੇ ਨੇ ਕਿ ਰਾਜੇ ਮਹਾਰਾਜਾ ਦਾ ਪੁੱਤਰ ਸੀ, ਚੱਲ ਕਿਸੇ ਰਾਜੇ ਦੇ ਘਰ ਜਾ ਕੇ ਮਹਿਲਾਂ 'ਚ ਰਹੂਗਾ, ਅਤੇ ਉਹਨੂੰ ਭੇਜ ਦਿੰਦੇ ਨੇ, ਵਿਆਹ ਹੋ ਜਾਂਦਾ। ਅਤੇ ਕੁਝ ਕੁ ਦਿਨ ਜਿਹੜਾ ਪੂਰਨ ਉੱਥੇ ਰਹਿੰਦਾ ਅਤੇ ਉਹਦਾ ਦਿਲ ਹੀ ਲੱਗਦਾ, ਫਿਰ ਉੱਥੋਂ ਛੱਡ ਕੇ ਆ ਜਾਂਦਾ। ਇਹ ਕਹਾਣੀ ਦੇ ਵਿੱਚੋਂ ਤੁਹਾਨੂੰ ਥੋੜ੍ਹਾ ਜਿਹਾ ਵਿਅੰਗ ਦੱਸਿਆ। ਹੁਣ ਅਸੀਂ ਪੜ੍ਹਦੇ ਹਾਂ ਕਿ ਸੁੰਦਰਾ ਕੌਣ ਸੀ, ਉਸ ਦਾ ਪੂਰਨ ਨਾਲ ਸੰਪਰਕ ਕਿਵੇਂ ਹੋਇਆ। ਉੱਤਰ ਹੈ ਕਿ ਸੁੰਦਰਾ ਮਹਿਲਾਂ ਵਿੱਚ ਰਹਿਣ ਵਾਲੀ ਰਾਣੀ ਸੀ। ਉਸ ਦਾ ਪੂਰਨ ਨਾਲ ਸੰਪਰਕ ਉਸ ਸਮੇਂ ਹੋਇਆ ਜਦੋਂ ਉਹ ਨਗਰ ਵਿੱਚੋਂ ਭਿੱਖਿਆ ਲੈਣ ਲਈ ਉਸ ਦੇ ਮਹਿਲਾਂ ਵਿੱਚ ਪੁੱਜਾ ਸੀ। ਉਹ ਉਸ ਦੀ ਸੂਰਤ ਵੇਖ ਕੇ ਮੋਹਿਤ ਹੋ ਗਈ ਸੀ। ਸੋ ਕਿੱਸੇ ਅਨੁਸਾਰ ਮੈਂ ਤੁਹਾਨੂੰ ਸਾਰੀ ਬੇਟਾ ਵਿਆਖਿਆ ਦੱਸਣ ਦੀ ਕੋਸ਼ਿਸ਼ ਕੀਤੀ ਆ। ਆਓ ਅਗਲਾ ਕੁਐਸਚਨ ਵੇਖਦੇ ਹਾਂ। ਲੂਣਾ ਨੇ ਆਪਣਾ ਗੁਨਾਹ ਦਾ ਇਕਬਾਲ ਕਦੋਂ ਅਤੇ ਕਿਵੇਂ ਕੀਤਾ। ਹੁਣ ਇਹ ਉਹੀ ਲੂਣਾ ਜਿਹਨੇ ਝੂਠੀ ਤੂਮਤ ਲਾ ਕੇ ਇਹਨੂੰ ਮਰਵਾਇਆ ਸੀ। ਅਤੇ ਕਿਹਾ ਜਾਂਦਾ ਬੇਟਾ ਜਿਹੜਾ ਇਹ ਰਾਣੀ ਸੁੰਦਰਾ ਨੂੰ ਵੀ ਛੱਡ ਕੇ ਪੂਰਨ ਗੋਰਖਨਾਥ ਦੇ ਟਿੱਲੇ 'ਤੇ ਇੰਨੀ ਭਗਤੀ ਕਰਦਾ 10-15 ਸਾਲ ਮੰਨ ਲਓ ਕਿ ਉਹ ਇੱਕ ਐਸੀ ਅਵਸਥਾ ਧਾਰਨ ਕਰ ਲੈਂਦਾ ਜਿਹਦੇ ਵਿੱਚ ਰਿਧੀਆਂ ਸਿੱਧੀਆਂ ਪੂਰਨ ਵਿੱਚ ਵੀ ਆ ਜਾਂਦੀਆਂ ਨੇ। ਅਤੇ ਜਿਹੜਾ ਇਹ ਪੂਰਨ ਆ ਫਿਰ ਕਾਫੀ ਸਾਲਾਂ ਬਾਅਦ ਸਿਆਲਕੋਟ ਦੇ ਇਲਾਕੇ 'ਚ ਪਹੁੰਚਦਾ, ਜਿੱਥੇ ਕਿਹਾ ਜਾਂਦਾ ਕਿ ਜਿਵੇਂ ਅਸੀਂ ਕਹਿੰਦੇ ਕਿ ਸੋਕਾ ਪਿਆ ਹੁੰਦਾ ਅਤੇ ਉੱਥੋਂ ਦੇ ਜਿਹੜੇ ਬਾਗ ਬਗੀਚੇ ਨੇ, ਰੁੱਖ ਬੂਟੇ ਨੇ, ਸਭ ਸੁੱਕੇ ਹੁੰਦੇ ਨੇ। ਅਤੇ ਜਦੋਂ ਕਿਹਾ ਜਾਂਦਾ ਕਿ ਪੂਰਨ ਇੱਕ ਸੁੱਕੇ ਬਾਗ ਦੇ ਵਿੱਚ ਜਾਂਦਾ ਸਿਆਲਕੋਟ ਦੇ 'ਚ ਤਾਂ ਉਹ ਹਰਾ ਭਰਾ ਹੋ ਜਾਂਦਾ, ਉੱਥੇ ਰੌਣਕ ਲੱਗ ਜਾਂਦੀ ਆ। ਅਤੇ ਇਹ ਜਿਹੜੀ ਗੱਲ ਆ ਇਲਾਕੇ 'ਚ ਪਹੁੰਚਦੀ ਆ ਵੀ ਕਿ ਉੱਥੇ ਕੋਈ ਪੂਰਨ ਜੋਗੀ ਆਇਆ, ਉਹ ਬੜਾ ਕਰਾਮਾਤੀ ਆ। ਅਤੇ ਉੱਥੇ ਇਹਦੀ ਮਾਤਾ ਇੱਛਰਾਂ ਵੀ ਜਾਂਦੀ ਆ, ਉਹ ਪੂਰਨ ਨੂੰ ਮਿਲਦੀ ਆ। ਅਤੇ ਕਿਹਾ ਜਾਂਦਾ ਕਿ ਇੱਛਰਾਂ ਰੋ ਰੋ ਕੇ ਉਹਨੇ ਆਪਣੀ ਅੱਖਾਂ ਦੀ ਰੌਸ਼ਨੀ ਗਵਾ ਲਈ ਸੀ ਅਤੇ ਉਹਨੂੰ ਪੂਰਨ ਨੂੰ ਮਿਲ ਕੇ ਉਹਦੀਆਂ ਅੱਖਾਂ
ਦੇ ਵਿੱਚ ਦੁਬਾਰਾ ਰੌਸ਼ਨੀ ਆ ਜਾਂਦੀ ਆ ਤੇ ਇਹ ਇੱਕ ਕਰਾਮਾਤ ਇਹਦੇ ਵਿੱਚ ਦਿਖਾਈ ਗਈ ਹੈ ਤੇ ਉਹਨੂੰ ਪਤਾ ਲੱਗ ਜਾਂਦਾ ਕਿ ਉਹੀ ਪੂਰਨ ਜੋਗੀ ਆ ਜਿਹੜਾ ਮੇਰਾ ਪੁੱਤਰ ਆ। ਮਾਂ ਉਹਨੂੰ ਪਛਾਣ ਲੈਂਦੀ ਆ ਆਪਣੇ ਪੁੱਤਰ ਨੂੰ ਤੇ ਜਦੋਂ ਪਤਾ ਲੱਗਦਾ ਇੱਛਰਾਂ ਵੀ ਉਹਦੀ ਰੌਸ਼ਨੀ ਵੀ ਵਾਪਸ ਆ ਗਈ, ਬਾਗ ਵੀ ਹਰੇ ਭਰੇ ਹੋ ਗਏ ਤੇ ਲੂਣਾ ਜਿਹੜੀ ਪੁੱਤਰ ਇਹ ਪੂਰਨ ਭਗਤ ਨੂੰ ਮਰਵਾਉਣ ਤੋਂ ਬਾਅਦ ਉਹਨਾਂ ਦੇ ਘਰੇ ਕੋਈ ਪੁੱਤਰ, ਕੋਈ ਧੀ, ਕੋਈ ਜਨਮ ਨਹੀਂ ਲੈਂਦਾ ਤੇ ਉਹ ਸੋਚਦੀ ਆ ਕਿ ਐਡਾ ਕਰਾਮਾਤੀ ਕੋਈ ਜੋਗੀ ਆਇਆ, ਹੇ ਰਾਜਨ ਚਲੋ ਆਪਾਂ ਵੀ ਸਿਆਲਕੋਟ ਦੇ ਰਾਜਾ ਜੀ ਆਪਾਂ ਵੀ ਚੱਲੀਏ ਤੇ ਉਹਨੂੰ ਮਿਲ ਕੇ ਆਈਏ, ਆਪਾਂ ਨੂੰ ਵੀ ਹੋ ਸਕਦਾ ਕੋਈ ਪੁੱਤਰ ਦੀ ਦਾਤ ਦੇ ਦੇ ਜਾਂ ਮੇਰੀ ਕੁੱਖ ਹਰੀ ਹੋ ਜੇ। ਤੇ ਬੇਟਾ ਇਹ ਕਹਾਣੀ ਜਦੋਂ ਵਾਪਰਦੀ ਆ ਬਾਗ ਹਰਿਆਂ ਵਾਲੀ ਤੇ ਇੱਛਰਾਂ ਦੀ ਅੱਖਾਂ ਦੀ ਰੌਸ਼ਨੀ ਆਉਣ ਵਾਲੀ ਤਾਂ ਲੂਣਾ ਕਹਿੰਦੀ ਕਿ ਚਲੋ ਆਪਾਂ ਮਿਲ ਕੇ ਆਈਏ। ਸਵਾਲ ਹੈ ਕਿ ਲੂਣਾ ਨੇ ਆਪਣੇ ਗੁਨਾਹ ਦਾ ਇਕਬਾਲ ਕਦੋਂ ਤੇ ਕਿਵੇਂ ਕੀਤਾ? ਫਿਰ ਬੇਟਾ ਉੱਥੇ ਉਹ ਜਦੋਂ ਪੁੱਤਰ ਦੀ ਦਾਤ ਮੰਗਦੀ ਆ ਨਾ ਉੱਥੇ ਉਹ ਮੰਨਦੀ ਆ। ਪੂਰਨ ਉਹਨੂੰ ਕਹਿੰਦਾ ਕਿ ਉਹ ਕਹਿੰਦੇ ਸਾਨੂੰ ਪੁੱਤਰ ਦੀ ਦਾਤ ਦਿਓ। ਕਹਿੰਦੇ ਤੁਹਾਡੇ ਪਹਿਲਾਂ ਪੁੱਤਰ ਤਾਂ ਹੈਗਾ ਸੀ, ਤੁਸੀਂ ਉਹ ਗਵਾ ਲਿਆ ਜਾਂ ਕਿੱਥੇ ਆ, ਕੀ ਹੋਇਆ ਸੀ ਉਹਦੇ ਨਾਲ, ਪਹਿਲਾਂ ਇਹਦੇ ਬਾਰੇ ਦੱਸੋ। ਤੇ ਕਿਹਾ ਜਾਂਦਾ ਕਿ ਰਾਜੇ ਸਲਵਾਨ ਦੇ ਮੂਹਰੇ ਜਿਹੜੀ ਇੱਛਰਾਂ ਫਿਰ ਉੱਥੇ ਆਪਣਾ ਜਿਹੜਾ ਜ਼ੁਲਮ ਆ ਉਹ ਕਬੂਲ ਕਰਦੀ ਹੈ ਕਿ ਮੈਂ ਉਹਦੇ ਝੂਠੀ ਤੂਹਮਤ ਲਾਈ, ਉਹ ਸੱਚਾ ਸੀ, ਮੈਂ ਉਹਨੂੰ ਮਰਵਾਤਾ ਸੀ। ਤੇ ਫਿਰ ਕਿਹਾ ਜਾਂਦਾ ਕਿ ਇੱਥੇ ਪੂਰਨ ਦੱਸਦਾ ਕਿ ਮੈਂ ਉਹੀ ਪੂਰਨ ਆ ਜਿਹਨੂੰ ਤੁਸੀਂ ਝੂਠੀ ਤੂਹਮਤ ਲਾ ਕੇ ਮਰਵਾਤਾ ਸੀ। ਤੇ ਕਿਹਾ ਜਾਂਦਾ ਕਿ ਰਾਜਾ ਬੜਾ ਨਿਰਾਸ਼ ਹੁੰਦਾ ਆਪਣੀ ਪਤਨੀ 'ਤੇ ਅਤੇ ਬੜਾ ਅਫਸੋਸ ਕਰਦਾ ਕਿ ਤੂੰ ਮੇਰਾ ਪੁੱਤਰ ਆ, ਮੈਂ ਤੈਨੂੰ ਤੇਰੀ ਗੱਲ ਨਹੀਂ ਸੁਣੀ, ਮੈਂ ਤੈਨੂੰ ਮਰਵਾਤਾ ਸੀ ਕਿ ਚੱਲ ਪੁੱਤਰ ਤੂੰ ਇਹ ਜੋਗੀਆਂ ਵਾਲਾ ਭੇਸ ਛੱਡ ਅਤੇ ਆਪਣੇ ਰਾਜਾਂ 'ਚ ਆਪਣੇ ਮਹਿਲਾਂ 'ਚ ਤੂੰ ਚੱਲ ਕੇ ਉੱਥੇ ਰਾਜ ਕਰ। ਅਤੇ ਕਿਹਾ ਜਾਂਦਾ ਕਿ ਜਿਹੜਾ ਪੂਰਨ ਆ ਉਹ ਇਸ ਚੀਜ਼ ਨੂੰ ਪੂਰਾ ਇਨਕਾਰ ਕਰ ਦਿੰਦਾ ਕਿ ਮੈਂ ਮਹਿਲ, ਮਨਾਰੇ, ਦੌਲਤ, ਸ਼ੌਹਰਤ ਸਾਰੀ ਚੀਜ਼ਾਂ ਦਾ ਤਿਆਗ ਕਰਕੇ ਇੱਕ ਐਸੀ ਅਵਸਥਾ 'ਤੇ ਪਹੁੰਚ ਗਿਆ ਕਿ ਮੈਂ ਹੁਣ ਤੁਹਾਡੇ ਮਹਿਲਾਂ ਵਿੱਚ ਨਹੀਂ ਆਵਾਂਗਾ। ਹਾਂ ਤੁਹਾਨੂੰ ਤੁਹਾਡੇ ਮਹਿਲਾਂ ਦਾ ਵਾਰਸ ਚਾਹੀਦਾ, ਤੁਹਾਨੂੰ ਪੁੱਤਰ ਚਾਹੀਦਾ, ਤੁਸੀਂ ਸੱਚ ਬੋਲਿਆ, ਮੈਂ ਤੁਹਾਨੂੰ ਪੁੱਤਰ ਦੀ ਦਾਤ ਦਿੰਦਾ। ਅਤੇ ਕਿਹਾ ਜਾਂਦਾ ਕਥਾ ਅਨੁਸਾਰ ਕਿ ਇੱਕ ਚੌਲ ਦਾ ਦਾਣਾ ਦਿੰਦਾ ਅਤੇ ਉਹਨੂੰ ਕਹਿੰਦਾ ਹੈ ਕਿ ਲਓ ਇਹਨੂੰ ਘਰ ਜਾ ਕੇ ਖਾ ਲਿਓ ਅਤੇ ਤੁਹਾਡੇ ਘਰ ਇੱਕ ਬੜਾ ਹੀ ਸੂਝਵਾਨ, ਬੜਾ ਹੀ ਸਿਆਣਾ, ਬਹੁਤ ਹੀ ਫੇਮਸ, ਬਹੁਤ ਤਾਕਤਵਰ ਪੁੱਤਰ ਜਨਮ ਲਊਗਾ ਜਿਹਦਾ ਨਾਮ ਆਉਣ ਵਾਲੇ ਸਮੇਂ ਦੇ ਵਿੱਚ ਰਸਾਲੂ ਹੋਊਗਾ। ਤੋ ਇਹ ਅੱਗੇ ਉਹਨਾਂ ਨੂੰ ਇੱਥੇ ਵਰ ਦਿੰਦੇ ਨੇ। 5 ਨੰਬਰ ਪ੍ਰਸ਼ਨ ਦਾ ਉੱਤਰ ਹੈ ਕਿ ਜਦੋਂ ਉਸ ਰਾਜੇ ਨਾਲ ਸਿਆਲਕੋਟ ਆਏ ਹੋਏ ਪੂਰਨ ਭਗਤ ਦੇ ਦਰਸ਼ਨਾਂ ਲਈ ਗਈ, ਹੁਣ ਲੂਣਾ ਜਦੋਂ ਰਾਜੇ ਨਾਲ ਗਈ ਤਾਂ ਉਸ ਨੇ ਉਸ ਤੋਂ ਪੁੱਤਰ ਦੀ ਮੰਗ ਕੀਤੀ ਕਿ ਮੈਨੂੰ ਪੁੱਤਰ ਦੀ ਦਾਤ ਦਿਓ। ਤਾਂ ਪੂਰਨ ਭਗਤ ਨੇ ਕਿਹਾ ਕਿ ਉਹਨਾਂ ਦੇ ਪਹਿਲਾਂ ਹੀ ਪੁੱਤਰ ਹੈ। ਉਹ ਕਹਿੰਦਾ ਤੁਹਾਡੇ ਪੁੱਤਰ ਤਾਂ ਹੈਗਾ ਪਹਿਲਾਂ ਉਹ ਮੁੱਕਰ ਗਈ, ਪਹਿਲਾਂ ਤਾਂ ਉਹ ਮੁੱਕਰ ਗਈ ਵੀ ਸਾਡੇ ਪੁੱਤਰ ਨਹੀਂ। ਫਿਰ ਲੂਣਾ ਨੇ ਆਪਣਾ ਜਿਹੜਾ ਗੁਨਾਹ ਉਹ ਕਬੂਲ ਕਰ ਲਿਆ ਅਤੇ ਉੱਥੇ ਸਾਰੀ ਗਵਿੱਥਿਆ ਉਹਨੇ ਸੁਣਾ ਦਿੱਤੀ ਜਿਹੜੀ ਤੁਹਾਡੇ ਨਾਲ ਉੱਪਰ ਮੈਂ ਗੱਲਬਾਤ ਰਾਹੀਂ ਸਾਂਝੀ ਕੀਤੀ ਹੈ। ਸੋ ਅਗਲਾ 6 ਨੰਬਰ ਸਵਾਲ ਹੈ ਕਿ ਪੂਰਨ ਭਗਤ ਨੇ ਰਾਜੇ ਸਲਵਾਨ ਵੱਲੋਂ ਰਾਜ ਭਾਗ ਦੇਣ ਦੀ ਪੇਸ਼ਕਸ਼ ਪ੍ਰਵਾਨ ਕਿਉਂ ਨਾ ਕੀਤੀ? ਇਹ ਵੀ ਆਪਾਂ ਉੱਪਰ ਗੱਲ ਪਹਿਲਾਂ ਤੁਹਾਨੂੰ ਦੱਸ ਦਿੱਤਾ। ਆਓ ਪੜ੍ਹਦੇ ਹਾਂ ਕਿ ਪੂਰਨ ਜੋਗੀ ਬਣ ਗਿਆ ਸੀ ਕਿਉਂਕਿ ਉਹ ਜੋਗ ਧਾਰ ਲਿਆ, ਉਸਨੇ ਘਰ ਬਾਰੋਂ ਨਾਲੋਂ ਮੋਹ ਤਿਆਗ ਦਿੱਤਾ ਸੀ। ਉਸ ਲਈ ਰਾਜ ਭਾਗ, ਮੋਹ ਮਾਇਆ, ਰਿਸ਼ਤੇਦਾਰ ਕੋਈ ਅਰਥ ਨਹੀਂ ਸਨ ਰੱਖਦੇ, ਇਸ ਲਈ ਉਸਨੇ ਪੇਸ਼ਕਸ਼ ਪ੍ਰਵਾਨ ਨਾ ਕੀਤੀ। ਸੋ ਬੱਚਿਓ ਇਹ ਜਿਹੜਾ ਲਾਸਟ ਇਸ ਕਥਾ ਅਨੁਸਾਰ ਕੁਐਸਚਨ ਬਣਦਾ ਅਤੇ ਕਿਹਾ ਜਾਂਦਾ ਕਿ ਇਹ ਜਿਹੜਾ ਪੂਰਨ ਭਗਤ ਆ ਇਹਨਾਂ ਨੂੰ ਪੁੱਤਰ ਦਾ ਵਰ ਦੇ ਕੇ ਇਹ ਗੱਲ ਕਹਿ ਕੇ ਅੱਗੇ ਚਲਾ ਜਾਂਦਾ ਕਿ ਸਾਧੂ ਚੱਲਦੇ ਭਲੇ ਅਤੇ ਨਗਰ ਵਸਦੇ ਭਲੇ। ਇਹ ਕਹਿ ਕੇ ਜਿਹੜਾ ਪੂਰਨ ਭਗਤ ਆ ਉਹ ਅੱਗੇ ਚਲਾ ਜਾਂਦਾ ਅਤੇ ਫਿਰ ਪੂਰਨ ਭਗਤ ਦੀ ਜਿਹੜੀ ਕਥਾ ਬੇਟਾ ਇਹ ਇੱਥੇ ਸਮਾਪਤ ਹੁੰਦੀ ਹੈ ਕਿ ਉਹ ਪੂਰਾ ਜੀਵਨ ਆ ਜਿਹੜਾ ਇੱਕ ਸਾਧੂ ਰੂਪ ਦੇ ਵਿੱਚ ਹੀ ਗੁਜ਼ਾਰਦਾ ਹੈ। ਸੋ ਆਸ ਕਰਦੇ ਹਾਂ ਇਹ ਸਵਾਲ ਜਵਾਬ ਭਵਿੱਖ ਦੇ ਵਿੱਚ ਐਗਜ਼ਾਮਸ ਦੇ ਸੰਬੰਧ ਵਿੱਚ ਤੁਹਾਡੇ ਲਈ ਕਿਤੇ ਨਾ ਕਿਤੇ ਜ਼ਰੂਰ ਲਾਹੇਵੰਦ ਹੋਣਗੇ। ਸੋ ਸਾਰੇ ਬੱਚਿਆਂ ਨੇ ਇੱਕ ਵਾਰ ਇਹ ਸਾਰੇ ਜਿਹੜੇ ਸਵਾਲ ਜਵਾਬ ਨੇ ਆਪਣੀ ਪਾਠ ਪੁਸਤਕ ਦੇ ਵਿੱਚੋਂ ਇਸ ਕਥਾ ਨੂੰ ਜ਼ਰੂਰ ਪੜ੍ਹਨਾ ਹੈ ਅਤੇ ਆਪਣੀ ਪਾਠ ਪੁਸਤਕ ਦੇ ਵਿੱਚੋਂ ਉਹ ਕਥਾ ਨੂੰ ਪੜ੍ਹਨ ਤੋਂ ਬਾਅਦ ਜਦੋਂ ਤੁਸੀਂ ਇਹਨਾਂ ਸਵਾਲਾਂ ਨੂੰ ਸਮਝੋਗੇ ਤਾਂ ਸਾਰੇ ਸਵਾਲ ਜਵਾਬ ਨੇ ਜਿਹੜੇ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਜਾਣਗੇ। ਸੋ ਪੂਰਨ ਭਗਤ ਦੀ ਕਥਾ ਨਾਲ ਸੰਬੰਧਿਤ ਪ੍ਰਸ਼ਨ ਉੱਤਰਾਂ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਸੋ ਹੋਰ ਕਥਾਵਾਂ ਪੜ੍ਹਨ ਲਈ, ਕਥਾਵਾਂ ਦੇ ਪ੍ਰਸ਼ਨ ਉੱਤਰ ਜਾਣਨ ਲਈ ਤੁਸੀਂ ਹਮੇਸ਼ਾ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।